लो जी दोस्तों, क्लास 12वीं का कल 15 तरीक ਨੂੰ ਹੈਗਾ ਵਾ ਪੋਲ ਸਾਇੰਸ ਦਾ ਪੇਪਰ, ਯਾਨੀ ਕਿ ਪੋਲੀਟੀਕਲ ਸਾਇੰਸ ਜਿਹਨੂੰ ਆਪਾਂ ਰਾਜਨੀਤੀ ਸ਼ਾਸਤਰ ਕਹਿੰਦੇ ਆ। ਤਾਂ ਸਤੰਬਰ ਪ੍ਰੀਖਿਆਵਾਂ 2023 ਦਾ ਸਾਡੇ ਕੋਲ ਇੱਕ ਪੇਪਰ ਪਹੁੰਚ ਗਿਆ ਵਾ। ਅਸੀਂ ਪੂਰਾ ਹੀ ਸੋਲਵ ਕਰ ਲਿਆ ਵਾ ਤੇ ਹੁਣ ਚਲੋ ਤੁਹਾਡੀ ਚੰਗੀ ਤਰ੍ਹਾਂ ਤਿਆਰੀ ਕਰਾ ਦਿੰਦੇ ਆ। ਤਾਂ ਸਭ ਤੋਂ ਪਹਿਲਾਂ ਦੇਖ ਲਓ, ਇਹ 80 ਨੰਬਰ ਦਾ ਪੇਪਰ ਹੋਣਾ ਵਾ। 3 ਘੰਟੇ ਦਾ ਤੁਹਾਨੂੰ ਜਿਹੜਾ ਹੈਗਾ ਸਮਾਂ ਮਿਲੇਗਾ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਭਾਗ ਊੜਾ ਦੇਖ ਲੈਂਦੇ ਆ। ਪਹਿਲਾ ਪ੍ਰਸ਼ਨ ਦੇਖੋ ਕੀ ਹੈ ਦੋਸਤੋ, ਰਾਜਨੀਤੀ ਵਿੱਚ ਮਨੁੱਖੀ ਸੁਭਾਅ ਪੁਸਤਕ ਦਾ ਲੇਖਕ ਕੌਣ ਹੈ, ਠੀਕ ਹੈ। ਤਾਂ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ ਕਿ ਕੀ ਆ ਜਾਏਗਾ। ਇਹਦਾ आंसर आएगा अपना पहले का आड़ा ऑप्शन, यानी कि दोस्तों इत्थे आ जाएगा अपना की लिखा है दोस्तों इत्थे अपना ग्राहम वालस, ठीक है जी। तो ग्राहम वालस देख लो हैगा वा इत्थे बिल्कुल, हाँ जी आड़ा ऑप्शन बिल्कुल टिक ला लो इहदा, ठीक है तुसी। दूसरा प्रश्न, राजनीति प्रणाली पुस्तक कदों लिखी गई, ठीक है। राजनीति प्रणाली पुस्तक जिहड़ी हैगी 1953 दे विच इह लिखी गई, ठीक है जी। तो आड़ा ऑप्शन आगे 1971 विच किहड़ा देश होंद विच आया। तो 1971 ਦੇ ਵਿੱਚ ਦੋਸਤੋ ਬੰਗਲਾਦੇਸ਼ ਜਿਹੜਾ ਹੈਗਾ ਹੋਂਦ ਦੇ ਵਿੱਚ ਆਇਆ ਸੀ। ਇਹੜੀ ਆਪਸ਼ਨ ਇੱਥੇ ਟਿਕ ਲਾ ਲਓ। ਅੱਗੇ ਹੈ ਆਪਣਾ ਮੈਕਮਹਨ ਰੇਖਾ ਕਿਹੜੇ ਦੋ ਦੇਸ਼ਾਂ ਵਿਚਕਾਰ ਹੈ। ਤਾਂ ਦੋਸਤੋ ਇਹਦਾ ਦੇਖ ਸਕਦੇ ਹੋ ਤੁਸੀਂ, ਇਹ ਭਾਰਤ ਅਤੇ ਚੀਨ ਦੇ ਵਿਚਕਾਰ ਹੈ, ਠੀਕ ਹੈ ਜੀ। ਭਾਰਤ ਅਤੇ ਚੀਨ, ਸੱਸਾ ਆਪਸ਼ਨ, ਠੀਕ ਹੈ। ਅੱਗੇ ਹੈ ਆਪਣਾ ਇਹਨਾਂ ਵਿੱਚੋਂ ਕਿਹੜਾ ਸੱਤਿਆਗ੍ਰਹਿ ਦੀ ਵਿਧੀ ਨਹੀਂ ਹੈ, ਠੀਕ ਹੈ। ਤਾਂ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ ਕਿ ਪੰਜਵੇਂ ਦਾ ਆਨਸਰ ਕੀ ਹੈ, मुकदमा, ठीक है जी। मुकदमा इज़ द राइट आंसर हो जाएगा, ठीक है जी। मुकदमा ईडी ऑप्शन। अगे राजनीतिक प्रणाली की विशेषता केड़ी नहीं है, ठीक है जी। तो यदा आंसर 6वें का आंसर देख लो, इन्होंने लाया सरीरक अणहोंद, ठीक है जी। सरीरक अणहोंद इज़ द राइट आंसर हो जाएगा, ठीक है। अगर तुहानूं लगता कि कोई होर है ये तो तुसीं कमेंट बॉक्स में दस्सिओ, ठीक है जी। तो मेरे हिसाब नाल तां आही सरीरक अणहोंद ही बन रहा वा। बाकी आह वाला जिहड़ा क्वेश्चन है निकास कारज नहीं है, ਤਾਂ ਇਹ ਵਾਲਾ ਆਨਸਰ ਜਿਹੜਾ ਹੈਗਾ ਸਾਨੂੰ ਨਹੀਂ ਲੱਭਿਆ ਵਾ। ਦੇਖ ਲਓ ਇੱਥੇ ਲਿਖਿਆ ਵੀ ਨਹੀਂ ਹੋਇਆ ਵਾ, ਠੀਕ ਹੈ। ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵਾ ਇਹਦਾ ਆਨਸਰ ਕੀ ਆਏਗਾ, ਠੀਕ ਹੈ ਜੀ। ਬਾਕੀ ਮੈਨੂੰ ਲੱਗਦਾ ਕਿ ਇਹ ਸਹੀ, ਇਹ ਮਤਲਬ ਇਹਦਾ ਜਿਹੜਾ ਹੈਗਾ ਵਾ ਨਹੀਂ ਹੈ ਨਾ ਪੁੱਛਿਆ, ਤਾਂ ਮੈਨੂੰ ਲੱਗਦਾ ਇਹ ਊੜਾ ਆਪਸ਼ਨ ਆਊਗਾ, ਰਾਜਨੀਤਿਕ ਸੰਚਾਰ, ਠੀਕ ਹੈ ਜੀ। ਬਾਕੀ ਕਾਨੂੰਨ ਦੇ ਰਿਗਾਰਡਿੰਗ ਤਾਂ ਇਹਨਾਂ ਦੇ ਕਾਰਜ ਹੁੰਦੇ ਹੀ ਨੇ, ਠੀਕ ਹੈ, ਨਿਕਾਸ ਵਾਲਿਆਂ ਦੇ। ਤੁਸੀਂ ਮੈਨੂੰ ਕਲੀਅਰ ਕਰਕੇ ਦੱਸੋ ਇਹਦਾ ਆਪਸ਼ਨ ਕਿਹੜਾ ਸਹੀ ਹੈ, ਠੀਕ ਹੈ ਜੀ। ਇਹਦੇ ਵਿੱਚੋਂ ਮੇਰੇ ਹਿਸਾਬ ਨਾਲ ਤਿੰਨੋਂ ਸਹੀ ਨੇ, ਆਹ ਨਹੀਂ ਆਊਗਾ ਇਹਦੇ ਵਿੱਚ, ਤਾਂ ਮਤਲਬ ਇਹ ਨਹੀਂ ਹੈ, ਠੀਕ ਹੈ ਜੀ। ਬਾਕੀ ਇਹ ਹੈਗੇ ਆ, ਠੀਕ ਹੈ। ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਇਹ ਵਾਲਾ ਹੈਗਾ ਵਾ ਸਹੀ ਆਨਸਰ ਇਸ ਦਾ ਕਿ ਨਹੀਂ, ਠੀਕ ਹੈ। ਅਤੇ ਅੱਗੇ ਹੈ ਆਪਣਾ ਕੌਣ ਸਮਕਾਲੀ ਉਦਾਰਵਾਦੀ ਨਹੀਂ ਹੈ, ਠੀਕ ਹੈ। ਤਾਂ ਇਹਦਾ ਆਨਸਰ ਦੇਖ ਲਓ ਕੀ ਹੈ ਆਪਣਾ ਈਡੀ ਆਪਸ਼ਨ, ਯਾਨੀ ਕਿ TH ਗ੍ਰੀਨ, ਠੀਕ ਹੈ ਜੀ। ਇੱਥੇ ਆਪਣਾ ਜਿਹੜਾ ਹੈਗਾ TH ਗ੍ਰੀਨ ਜਿਹੜਾ ਹੈਗਾ ਰਾਈਟ ਆਨਸਰ ਹੋ ਜਾਏਗਾ। ਅੱਗੇ ਉਦਾਰਵਾਦ ਦਾ ਜਨਮਦਾਤਾ ਕੌਣ ਹੈ। ਅਗਰ ਤੁਹਾਨੂੰ ਇਹਦੇ ਵਿੱਚ ਵੀ ਲੱਗਦਾ ਕਿ ਕੋਈ ਹੋਰ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ, ਕਿਉਂਕਿ ਇਹ ਸਾਰੇ ਹੀ ਆਨਸਰ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਕੋਲ ਪੁੱਛ ਕੇ ਕਈ ਵਾਰੀ ਗਲਤੀ ਵਗੈਰਾ ਵੀ ਹੋ ਜਾਂਦੀ ਹੈ। ਤਾਂ ਇਹਦੇ ਵਿੱਚ ਮੈਨੂੰ ਆਹੀ TH ਗ੍ਰੀਨ ਹੀ ਮਿਲਿਆ ਵਾ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੈ ਉਦਾਰਵਾਦ ਦਾ ਜਨਮਦਾਤਾ ਕੌਣ ਹੈ। ਆਪ ਸਭ ਨੂੰ ਜਿਵੇਂ ਕਿ ਪਤਾ ਹੀ ਹੈ, ਜੌਨ ਲੋਕ, ਠੀਕ ਹੈ ਜੀ, ਜੋ ਕਿ ਆਪਣੇ ਉਦਾਰਵਾਦ ਦੇ ਜਿਹੜੇ ਹੈਗੇ ਫਾਦਰ ਨੇ, ਠੀਕ ਹੈ ਜੀ। ਅਤੇ ਅੱਗੇ ਹੈ ਆਪਣਾ ਮਾਰਕਸਵਾਦ ਦੇ ਸਿਧਾਂਤ ਵਿੱਚ ਸ਼ਾਮਿਲ ਨਹੀਂ ਹੈ ਡੈਸ਼, ਕੀ ਸ਼ਾਮਿਲ ਨਹੀਂ ਹੈ। ਤਾਂ ਇਹਦਾ ਆਨਸਰ ਦੋਸਤੋ ਤੁਸੀਂ ਦੇਖ ਸਕਦੇ ਹੋ हाँ जी अमानतदारी, ठीक है जी। तो देखते हैं की लिखा है ना, हाँ जी अमानतदारी, ठीक है जी। अमानतदारी है इत्थे, इन्होंने इत्थे की लिखा दोस्तों अनानतदारी नहीं, अनानतदारी नहीं अमानतदारी है, ठीक है जी। आ देखो आ वाला अमानतदारी। अगला प्रश्न, मार्क्सवाद अनुसार आर्थिक हालात इतिहास को प्रभावित करते हैं, सही या गलत। तो यदा आंसर तुसीं आह देख सकते हो बिल्कुल सही है, ठीक है जी। अगला प्रश्न अपना की है कि दक्षिणी एशिया सहयोग संगठन की होंद अब्दुल रहमान ने यतना सदका हुई, ठीक है जी। तो यह दोस्तों अपना गलत है, ठीक है जी। तो अगला प्रश्न अपना दक्षिण एशिया सहयोग संगठन की होंद सॉरी हो गया 1919 तो 1947 के समय भारत में गांधी काल कहा जाता सीगा, सही या गलत। तो बिल्कुल दोस्तों जोड़ा हैगा वा ये सही है, ठीक है जी। ये अपना बिल्कुल ही आंसर जोड़ा हैगा तुहाडा सही है, गांधी काल कहा जाता सीगा 1919 तो लैके 47 तक। अगे अपना नौकरशाही का एक काम राजनीतिक प्रसार करना भी है, ठीक है जी, सही या गलत। तो यह दोस्तों जोड़ा हैगा वा गलत है, ठीक है जी। अपना यह 14वें का आंसर जोड़ा हैगा वा गलत है। अगे अपना 73वीं संविधानक शोध कदों पास हुई, ठीक है। तो यदा आंसर तुसीं यह देख सकते हो कि कदों हुई सी, ये 23 दसंबर 1992 ਦੇ ਵਿੱਚ, ठीक है जी। 23 दसंबर 1992, ठीक है जी। तो तुसीं ये टिक ला लेना वा। अगे है सही मिलान करो, ठीक है, स्थानक सरकारां पंचायती राज ब्यूरोक्रेसी पदार्थ। तो ब्यूरोक्रेसी का तो देख लो सीधा अफसरशाही आ जाएगा, ठीक है जी। चलो आप आंसर ही देख लेने सीधा। तो देखो स्थानक सरकारां दा लाड जिहड़ा हैगा वा रिपन, पंचायती राज का बलवंत वाला जिहड़ा हैगा ब्यूरोक्रेसी का अफसरशाही, पदार्थ का मार्क्सवाद, ठीक है जी। तो तुसीं इत्थे टिक ला सकते हो। स्थानक सरकारां कौन आ जाएगा, लाड रिपन, पंचायती राज का बलवंत राय, ब्यूरोक्रेसी का अफसरशाही, पदार्थ का मार्क्सवादी। इस तरह ये बन रहा वा।
ਅੱਗੇ ਹੈ ਭਾਗ ਆੜਾ। ਪਹਿਲਾ ਪ੍ਰਸ਼ਨ ਇਹਦੇ ਵਿੱਚ ਦੇਖੋ ਕੀ ਹੈ, ਉਦਾਰਵਾਦ ਦੇ ਕੁਝ ਵਿਆਖਿਆਕਾਰਾਂ ਦੇ ਨਾਂ ਲਿਖੋ। ਠੀਕ ਹੈ ਜੀ, ਤਾਂ ਚਲੋ ਦੇਖਦੇ ਹਾਂ। ਆ ਦੇਖੋ ਕੁਝ ਉਦਾਰਵਾਦਾਂ ਦੇ ਵਿਆਖਿਆਕਾਰਾਂ ਦੇ ਨਾਂ। ਤਾਂ ਦੇਖੋ ਦੋਸਤੋ ਕੀ ਹੈ, ਜੀਨ ਜੈਕ ਰੋਸਾਏ, ਠੀਕ ਹੈ, ਰੂਸੋ, ਅਤੇ ਉਸ ਤੋਂ ਬਾਅਦ ਹੈਗਾ ਆਪਣਾ ਵਲੇਟਰ, ਜਾਨ ਲੌਕ, ਠੀਕ ਹੈ ਜੀ, ਆਪਣਾ ਡੇਵਿਡ ਹਿਊਮ ਅਤੇ ਆਪਣਾ ਇਮਾਨੂਏਲ ਕੰਤ। ਠੀਕ ਹੈ ਜੀ, ਇਹ ਵਿਆਖਿਆਕਾਰਾਂ ਉਦਾਰਵਾਦ ਦੇ ਮਹੱਤਵਪੂਰਨ ਵਿਚਾਰਧਾਰਾਵਾਂ ਨੂੰ ਸਮਝਣ ਦੇ ਲਈ ਮਹੱਤਵਪੂਰਨ ਸਨ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਅੱਗੇ ਹੈ ਆਪਣਾ ਧਰਮ ਅਤੇ ਰਾਜਨੀਤੀ ਸੰਬੰਧੀ ਗਾਂਧੀ ਜੀ ਦੇ ਕੀ ਵਿਚਾਰ ਸਨ। ਠੀਕ ਹੈ, ਤਾਂ ਦੇਖੋ ਧਰਮ ਅਤੇ ਰਾਜਨੀਤੀ ਸੰਬੰਧੀ ਗਾਂਧੀ ਜੀ ਦੇ ਕੀ ਵਿਚਾਰ ਸਨ। ਮਹਾਤਮਾ ਗਾਂਧੀ ਜੀ ਧਰਮ ਅਤੇ ਰਾਜਨੀਤੀ ਦੇ ਵਿਚਾਰ ਗਹਿਰੇ ਰੂਪ ਨਾਲ ਵਿਚਾਰਧਾਰਾ ਅਤੇ ਸੰਬੰਧ ਰੱਖਦੇ ਸਨ। ਗਾਂਧੀ ਜੀ ਦੇ ਇਹ ਵਿਚਾਰ ਸਿੱਖ ਧਰਮ ਅਤੇ ਸਮਾਜਿਕ ਨਿਯਮਾਂ ਦੇ ਮਿਲਦੇ ਜੁਲਦੇ ਹੋਣ ਨਾਲ, ਠੀਕ ਹੈ ਜੀ, ਇਨਸਾਨੀ ਜਿਹੜੇ ਹੈਗੇ ਆ ਮੁਲਜ਼ਮੀਅਤ ਅਤੇ ਸੇਵਾ ਦਾ ਪੰਜਾ ਬਣਾਇਆ। ਠੀਕ ਹੈ ਜੀ, ਕੀਤੀ ਗਈ ਸੇਵਾ ਅਤੇ ਧਾਰਮਿਕ ਆਦਰਸ਼ਾਂ ਨੇ ਉਹਨਾਂ ਦੀ ਰਾਜਨੀਤੀ ਦੀ ਜਿਹੜੀ ਹੈ ਆਧਾਰਭੂਤ ਬਣਾਈ ਨੂੰ ਜਿਹੜੀ ਹੈਗੀ ਆ ਸਾਜ਼ਗਾਰੀ ਦੇ ਰੂਪ ਵਿੱਚ ਦੇਖਾ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਇਸ ਪ੍ਰਕਾਰ ਹੈ, ਕੁਛ ਹੈਗਾ ਵਾ ਇਹਦਾ। ਅੱਗੇ ਆਪਣਾ ਫੀਡਬੈਕ ਲੂਪ ਸਿਸਟਮ ਦੀ ਵਿਆਖਿਆ ਕਰੋ। ਠੀਕ ਹੈ, ਤਾਂ ਦੇਖੋ ਫੀਡਬੈਕ, ਹਾਂਜੀ ਆ ਦੇਖੋ ਫੀਡਬੈਕ, ਤਾਂ ਫੀਡਬੈਕ ਲੂਪ ਵਿਵਸਥਾ ਉਹ ਵਿਵਸਥਾ ਹੈ ਜਿਸ ਰਾਹੀਂ ਨਿਵੇਸ਼ਾਂ ਅਤੇ ਨਿਕਾਸਾਂ ਵਿੱਚ ਲਗਾਤਾਰ ਸੰਪਰਕ ਬਣਿਆ ਰਹਿੰਦਾ ਹੈ। ਇਸ ਦੁਆਰਾ ਲੋਕਾਂ ਦੀਆਂ ਨਿਵੇਸ਼ ਮੰਗਾਂ ਨੂੰ ਰਾਜਨੀਤਿਕ ਪ੍ਰਣਾਲੀ ਦੇ ਢਾਂਚਿਆਂ ਤੱਕ ਪਹੁੰਚਾਇਆ ਜਾਂਦਾ ਹੈ। ਰਾਜਨੀਤਿਕ ਪ੍ਰਣਾਲੀ ਦੁਆਰਾ ਨਿਵੇਸ਼ ਮੰਗਾਂ ਦੇ ਆਧਾਰ 'ਤੇ ਲਏ ਗਏ ਨਿਰਣੇ ਨੂੰ ਲੈ ਕੇ ਦੋਸਤੋ ਲੋਕਾਂ ਤੱਕ ਅਤੇ ਇਸ ਦੀ ਜਿਹੜੀ ਕਿ ਪ੍ਰਤੀਕਿਰਿਆ ਫਿਰ ਰਾਜਨੀਤਿਕ ਪ੍ਰਣਾਲੀ ਤੱਕ ਪਹੁੰਚਦੀ ਹੈ। ਇਸ ਤਰ੍ਹਾਂ ਇਹ ਵਿਵਸਥਾ ਨਿਵੇਸ਼ਾਂ ਅਤੇ ਨਿਕਾਸਾਂ ਦੀ ਪਰਿਵਰਤਨ ਪ੍ਰਕਿਰਿਆ ਨੂੰ ਬਣਾਈ ਰੱਖਦੀ ਹੈ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਹੈਗਾ ਆਪਣਾ ਪ੍ਰਸ਼ਨ, ਸੱਤਿਆਗ੍ਰਹਿ ਦੇ ਕਿਹੜੇ ਢੰਗ ਹਨ ਜਾਂ ਫਿਰ ਕਿਹੜੇ ਮੈਥਡ ਨੇ। ਠੀਕ ਹੈ ਜੀ, ਤਾਂ ਦੇਖੋ ਇਹਦਾ ਉੱਤਰ ਹੈ ਹੜਤਾਲ, ਵਰਤ, ਅਹਿੰਸਾ। ਠੀਕ ਹੈ ਜੀ, ਤਾਂ ਸੱਤਿਆਗ੍ਰਹਿ ਜੋ ਮਹਾਤਮਾ ਗਾਂਧੀ ਵੱਲੋਂ ਵਿਕਸਿਤ ਅਤੇ ਅਮਲ ਕੀਤੀ ਗਈ ਸੀ। ਠੀਕ ਹੈ ਜੀ, ਬਸ ਇੱਥੇ ਲਿਖਿਓ। ਠੀਕ ਹੈ, ਇਹ ਸਿੱਖ ਗਲਤੀ ਲਿਖਿਆ ਹੈ। ਸਮਾਜਿਕ ਜਾਂ ਫਿਰ ਰਾਜਨੀਤਿਕ ਬਦਲਾਅ ਹਾਸਿਲ ਕਰਨ ਦਾ ਇੱਕ ਜ਼ਰੂਰੀ ਢੰਗ ਹੈ। ਇਸ ਵਿੱਚ ਕਈ ਤਰੀਕੇ ਸੀਗੇ। ਠੀਕ ਹੈ ਜੀ, ਅਤੇ ਦੇਖੋ ਕੀ ਹੈ, ਅਹਿੰਸਾ, ਗੈਰ ਹਿੰਸਾ, ਇਹ ਸੱਤਿਆਗ੍ਰਹਿ ਦਾ ਮੁੱਲ ਸਿੱਖ ਹੈ। ਠੀਕ ਹੈ ਜੀ, ਇਸ ਵਿੱਚ ਜਿਹੜਾ ਹੈਗਾ ਫਿਜ਼ੀਕਲ ਹਿੰਸਾ ਦਾ ਦੂਸਰਾ ਨੂੰ ਚੋਟ ਨਾ ਪਹੁੰਚਾਉਣ ਦੀ ਜਿਹੜੀ ਮਨੀਦ ਨਹੀਂ ਹੈ। ਠੀਕ ਹੈ ਜੀ, ਅਪਰਾਧ ਜਾਂ ਹਿੰਸਾ ਦੀ ਵਰਜਨਾ ਹੈ। ਵਿਸ਼ਵਾਸ ਹੈ ਕਿ ਪਿੱਛ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਠੀਕ ਹੈ ਜੀ, ਅੱਗੇ ਆਪਣਾ ਸੱਚਾਈ। ਠੀਕ ਹੈ, ਤਾਂ ਸੱਤਿਆਗ੍ਰਹਿ ਸੱਚਾਈ ਦਾ ਵਿੱਚ ਮੌਜੂਦ ਹੈ। ਗਾਂਧੀ ਜੀ ਦੀ ਵਿਚਾਰਧਾਰਾ ਇਸ ਉਦੇਸ਼ਨਾ ਨਾਲ ਜੁੜੀ ਹੋਈ ਹੈ ਕਿ ਕੇਵਲ ਸੱਚਾਈ ਅਤੇ ਇਮਾਨਦਾਰੀ ਦੇ ਸਾਥ ਨਾਲ ਹੀ ਮਾਨਵਤਾ ਵਿੱਚ ਮਾਨਵਤਾਵਾਦੀ ਬਦਲਾਅ ਹੋ ਸਕਦਾ ਹੈ। ਇਸ ਵਿੱਚ ਸੱਚ ਦੀ ਗੱਲ ਅਤੇ ਕਰਨਾ ਅਤੇ ਉਸ ਨੂੰ ਜੀਵਨ ਵਿੱਚ ਜਿਹੜਾ ਹੈਗਾ ਵਾ ਅੰਮ੍ਰਿਤ ਸਰਨੀ ਕਰਨਾ ਸ਼ਾਮਿਲ ਹੈ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅੱਗੇ ਆਪਣਾ ਸਵਸਥ ਲੋਕਮਤ ਦੀਆਂ ਕੋਈ 4 ਸ਼ਰਤਾਂ ਲਿਖੋ। ਠੀਕ ਹੈ ਜੀ, ਤਾਂ ਦੇਖੋ ਆਨਸਰ ਇਸ ਦਾ ਆ ਰਿਹਾ ਸਵਸਥ ਲੋਕਮਤ। ਤਾਂ ਦੇਖੋ ਸਵਸਥ ਲੋਕਮਤ ਦੀਆਂ 4 ਸ਼ਰਤਾਂ, ਤਾਂ ਦੇਖੋ ਕੀ ਹੈ, ਇਹਦਾ ਆਨਸਰ ਇਸ ਪ੍ਰਕਾਰ ਤੁਸੀਂ ਲਿਖਣਾ ਵਾ ਆ ਰਿਹਾ। ਹਾਂ, ਲੋਕਮਤ ਭਾਰਤ ਵਿੱਚ ਇੱਕ ਮਰਾਠੀ ਭਾਸ਼ਾ ਦੇ ਅਖਬਾਰ ਦਾ ਹਵਾਲਾ ਦਿੰਦਾ ਪ੍ਰਤੀਤ ਹੁੰਦਾ ਹੈ। ਲੋਕਮਤ ਵਰਗੇ ਸਿਹਤਮੰਦ ਅਖਬਾਰ ਨੂੰ ਬਣਾਈ ਰੱਖਣ ਲਈ ਤੁਸੀਂ ਇਹਨਾਂ 4 ਸ਼ਰਤਾਂ 'ਤੇ ਵਿਚਾਰ ਕਰ ਸਕਦੇ ਹੋ। ਸਹੀ ਰਿਪੋਰਟਿੰਗ, ਠੀਕ ਹੈ ਜੀ, ਦੂਸਰਾ ਹੈਗਾ ਆਪਣਾ ਸੰਵਾਦਿਤੀ ਸੁਤੰਤਰਤਾ, ਠੀਕ ਹੈ, ਤੀਸਰਾ ਹੈਗਾ ਦੋਸਤੋ ਵਿਭਿੰਨ ਦ੍ਰਿਸ਼ਟੀਕੋਣ, ਅਤੇ ਚੌਥਾ ਹੈਗਾ ਆਪਣਾ ਨੈਤਿਕ ਪੱਤਰਕਾਰੀ। ਠੀਕ ਹੈ, ਤਾਂ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ ਕੀ ਲਿਖਿਆ ਹੋਇਆ ਵਾ, ਪਹਿਲਾ, ਦੂਸਰਾ, ਤੀਸਰਾ, ਚੌਥਾ ਪੁਆਇੰਟ। ਠੀਕ ਹੈ ਜੀ, ਆਹ ਤੁਹਾਡਾ ਆਨਸਰ ਹੋ ਜਾਏਗਾ। ਅੱਗੇ ਹੈ ਪੰਚਾਇਤੀ ਰਾਜ ਦੀ ਮਹੱਤਤਾ। ਠੀਕ ਹੈ ਜੀ, ਪੰਚਾਇਤੀ ਰਾਜ ਦੀ ਮਹੱਤਤਾ ਦੇਖੋ ਕੀ ਹੈ, ਤਾਂ ਪੰਚਾਇਤੀ ਰਾਜ ਭਾਰਤ ਵਿੱਚ ਜਿੱਥੇ ਅਨੇਕਾਂ ਸਮੱਸਿਆਵਾਂ ਹਨ ਉੱਥੇ ਹੀ ਪੰਚਾਇਤੀ ਰਾਜ ਇਹਨਾਂ ਸਮੱਸਿਆ ਨੂੰ ਹੱਲ ਕਰਨ ਲਈ ਕਾਫੀ ਹੱਦ ਤੱਕ ਸਫਲ ਹੋਇਆ ਹੈ। ਜਿਵੇਂ ਕਿ ਠੀਕ ਹੈ ਜੀ, ਪੇਂਡੂ ਖੇਤਰ ਦਾ ਵਿਕਾਸ ਦੇ ਵਿੱਚ ਪੰਚਾਇਤੀ ਪਿੰਡ ਪੱਧਰ ਦੀ ਹੁੰਦੀ ਹੈ ਜੋ ਆਪਣੇ ਲੋਕਾਂ ਦੀ ਸਥਾਨਕ ਸਮੱਸਿਆ ਨੂੰ ਚੰਗੀ ਤਰ੍ਹਾਂ ਜਾਣੂ ਹੁੰਦੀ ਹੈ। ਇਸ ਦੇ ਸਹਿਯੋਗ ਨਾਲ ਹੀ ਸਰਕਾਰਾਂ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰਦੀ ਹੈ ਅਤੇ ਜਿਨ੍ਹਾਂ ਨਾਲ ਪੇਂਡੂ ਖੇਤਰਾਂ ਦਾ ਵਿਕਾਸ ਹੁੰਦਾ ਹੈ। ਲੋਕਤੰਤਰ ਦੀ ਸਿਖਲਾਈ ਦਾ ਕੇਂਦਰ ਪੰਚਾਇਤੀ ਰਾਜ ਪ੍ਰਣਾਲੀ ਲੋਕਤੰਤਰ ਦੀ ਸਿਖਲਾਈ ਦਾ ਕੇਂਦਰ ਹੈ। ਲੋਕਾਂ ਸਿੱਧੇ ਵੋਟ ਪਾ ਕੇ ਆਪਣੇ ਪੰਚ ਅਤੇ ਸਰਪੰਚ ਨੂੰ ਚੁਣਦੇ ਹਨ। ਠੀਕ ਹੈ, ਲੋਕਾਂ ਨੂੰ ਸਵੈਮਾਨ ਦੀ ਭਾਵਨਾ ਦਾ ਵਿਕਾਸ। ਠੀਕ ਹੈ, ਪੰਚਾਇਤੀ ਚੋਣਾਂ ਰਾਹੀਂ ਸਿੱਧੇ ਆਪਣੇ ਸਥਾਨਕ ਸਰਕਾਰ ਨੂੰ ਚੁਣਦੇ ਹਨ ਅਤੇ ਆਪ ਹੀ ਆਪਣੀਆਂ ਸਥਾਨਕ ਸਮੱਸਿਆਵਾਂ ਨੂੰ ਹੱਲ ਕਰਦੇ ਹਨ। ਠੀਕ ਹੈ, ਸਰਕਾਰਾਂ ਦੇ ਕਰਜ਼ਾ ਨੂੰ ਘੱਟ ਕਰਨਾ, ਪੰਚਾਇਤੀ ਸਰਕਾਰ ਦੇ ਕਰਜ਼ਾ ਨੂੰ ਘੱਟ ਕਰਦੀਆਂ ਹਨ। ਸਰਕਾਰਾਂ ਆਪਣੀਆਂ ਸਾਰੀਆਂ ਸਕੀਮਾਂ ਪੰਚਾਇਤੀ ਰਾਹੀਂ ਹੀ ਲਾਗੂ ਕਰਵਾਉਂਦੀਆਂ ਹਨ ਜਿਸ ਨਾਲ ਸਰਕਾਰ ਦਾ ਕੰਮ ਵੰਡਿਆ ਜਾਂਦਾ ਹੈ। ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਅੱਗੇ ਆਪਣਾ 2 ਦਲ ਪ੍ਰਣਾਲੀ ਅਤੇ 1 ਦਲ ਪ੍ਰਣਾਲੀ ਵਿੱਚ ਅੰਤਰ ਦੱਸੋ। ਤਾਂ ਦੇਖੋ 2 ਦਲ ਪ੍ਰਣਾਲੀ ਅਤੇ 1 ਦਲ ਪ੍ਰਣਾਲੀ ਵਿੱਚ ਮੁੱਖ ਅੰਤਰ ਇਹ ਹੈ ਕਿ ਇਹ ਕਿਹੜੀ ਰਾਜਨੀਤਿਕ ਵਿਚਕਾਰ ਅਤੇ ਪਾਰਟੀਆਂ ਦੀ ਭੂਮਿਕਾ ਹੈ। ਠੀਕ ਹੈ ਜੀ, ਅਤੇ ਦੇਖੋ 2 ਦਲ ਪ੍ਰਣਾਲੀ ਕੀ ਹੈ, 2 ਮੁੱਖ ਪਾਰਟੀਆਂ। ਇਸ ਪ੍ਰਣਾਲੀ ਵਿੱਚ ਰਾਜਨੀਤਿਕ ਪ੍ਰਸਤਾਵਨਾ ਅਤੇ ਚੋਣਾਂ ਦਾ ਸੰਬੰਧ ਜਿਹੜਾ ਕਿ ਸਧਾਰਨ 2 ਮੁੱਖ ਪਾਰਟੀਆਂ ਅਤੇ ਉਹਨਾਂ ਦੇ ਉਮੀਦਵਾਰਾਂ ਵਿੱਚ ਹੁੰਦਾ ਹੈ। ਇਸ ਪ੍ਰਣਾਲੀ ਦੀ ਜ਼ਿੰਮੇਵਾਰੀ ਸਰਕਾਰ ਬਣਾਉਣ ਅਤੇ ਵਿਰੋਧੀ
ਵਿਰੋਧੀ ਪਾਰਟੀ ਦੇ ਖਿਲਾਫ ਚੋਣ ਲੜਨ ਲਈ ਦੋਵੇਂ ਮੁੱਖ ਪਾਰਟੀਆਂ ਦੇ ਹਥਿਆਰ ਅਤੇ ਕੀ ਲਿਖਿਆ ਦੋਸਤੋ ਆਪਣਾ ਸਮਰਥਨਾਵਾਂ ਨੂੰ ਨਿਰਖਣ ਲਈ ਹੁੰਦੀ ਹੈ। ਉੱਥੇ ਹੀ ਇੱਕ ਪਾਰਟੀ ਨੂੰ ਸਰਕਾਰ ਵਿੱਚ ਪਹੁੰਚ ਮਿਲਦੀ ਹੈ ਅਤੇ ਦੂਜੇ ਨੂੰ ਵਿਰੋਧ ਭੂਮਿਕਾ ਵਿੱਚ ਜਾਣੀ ਜਾਂਦੀ ਹੈ। ਠੀਕ ਹੈ ਜੀ। ਇੱਕ ਦਲ ਪ੍ਰਣਾਲੀ ਤਾਂ ਇੱਕ ਮੁੱਖ ਪਾਰਟੀ, ਇਸ ਪ੍ਰਣਾਲੀ ਵਿੱਚ ਇੱਕ ਮੁੱਖ ਪਾਰਟੀ ਹੁੰਦੀ ਹੈ ਜੋ ਸਰਕਾਰ ਨੂੰ ਸਥਾਪਿਤ ਕਰਦੀ ਹੈ ਅਤੇ ਬਾਕੀ ਸਭ ਦੂਸਰੇ ਰਾਜਨੀਤਿਕ ਵਿਚਕਾਰ ਦੇ ਖਿਲਾਫ ਇਸ ਪਾਰਟੀ ਦੇ ਖਿਲਾਫ ਨਹੀਂ ਲੜਦੀ। ਸਰਕਾਰ ਦੀ ਜ਼ਿੰਮੇਵਾਰੀ ਇੱਕ ਹੀ ਪਾਰਟੀ ਦੀ ਹੁੰਦੀ ਹੈ। ਇੱਥੇ ਸਿਰਫ ਇੱਕ ਹੀ ਪਾਰਟੀ ਦੇ ਸਮਰਥਕ ਹੁੰਦੇ ਨੇ ਅਤੇ ਹਥਿਆਰ ਹੁੰਦੇ ਹਨ। ਠੀਕ ਹੈ ਜੀ। ਕੁਛ ਲੈਂਗੁਏਜ ਦੋਸਤੋ ਅਲੱਗ ਲਿਖੀ, ਆਪਾਂ ਇਹ ਵਾਲਾ ਜਿਹੜਾ ਹੈਗਾ ਦੁਬਾਰਾ ਰੀਡ ਕਰਦੇ ਹਾਂ। ਆਹ ਵਾਲਾ ਥੋੜ੍ਹੀ ਜਿਹੀ ਕੁਛ ਮਿਸਟੇਕ ਨੇ ਇਹਦੇ ਵਿੱਚ, ਆਪਾਂ ਦੂਸਰਾ ਰੀਡ ਕਰਦੇ ਹਾਂ। ਤਾਂ ਦੋਸਤੋ ਦੇਖੋ, ਇੱਕ ਦਲ ਪ੍ਰਣਾਲੀ ਸਰਕਾਰ ਦਾ ਇੱਕ ਰੂਪ ਹੈ ਜਿੱਥੇ ਦੇਸ਼ ਵਿੱਚ ਇੱਕੋ ਰਾਜਨੀਤਿਕ ਪਾਰਟੀ ਜਿਹੜੀ ਹੈ ਰਾਜ ਕਰਦੀ ਹੈ। ਉਦਾਹਰਣ ਚੀਨ, ਕਿਊਬਾ, ਉੱਤਰੀ ਕੋਰੀਆ। ਠੀਕ ਹੈ। ਦੋ ਦਲ ਪ੍ਰਣਾਲੀ ਇੱਕ ਪਾਰਟੀ ਪ੍ਰਣਾਲੀ ਹੈ ਜਿੱਥੇ ਦੋ ਵੱਡੀਆਂ ਰਾਜਨੀਤਿਕ ਪਾਰਟੀਆਂ ਰਾਜਨੀਤਿਕ ਦ੍ਰਿਸ਼ 'ਤੇ ਹਾਵੀ ਹੁੰਦੀਆਂ ਹਨ। ਉਦਾਹਰਣ ਅਮਰੀਕਾ। ਠੀਕ ਹੈ। ਬਹੁਦਲ ਪ੍ਰਣਾਲੀ ਮਤਲਬ ਇੱਕ ਰਾਜਨੀਤਿਕ ਪ੍ਰਣਾਲੀ ਜਿਸ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਹਿੱਸਾ ਲੈਂਦੀਆਂ ਹਨ। ਉਦਾਹਰਣ ਜਿਵੇਂ ਕਿ ਭਾਰਤ, ਜਾਪਾਨ ਅਤੇ ਫਰਾਂਸ। ਇਹ ਤੁਹਾਡਾ ਆਨਸਰ। ਅੱਗੇ ਆਪਣਾ ਦੋਸਤੋ ਮਾਰਕਸਵਾਦ ਦਾ ਵਾਧੂ ਮੁੱਲ ਸਿਧਾਂਤ ਕੀ ਹੈ। ਠੀਕ ਹੈ ਜੀ। ਤਾਂ ਚਲੋ ਦੇਖਦੇ ਹਾਂ ਆਨਸਰ ਆ ਰਿਹਾ। ਮਾਰਕਸਵਾਦ ਦਾ ਵਾਧੂ ਮੁੱਲ ਸਿਧਾਂਤ, ਜਿਸ ਨੂੰ ਮਾਰਕਸਿਜ਼ਮ ਵੀ ਕਹਿੰਦੇ ਹਨ, ਮਾਰਕਸ ਜੀ ਦੇ ਰਾਜਨੀਤਿਕ ਅਤੇ ਸਮਾਜਿਕ ਵਿਚਾਰਾਂ ਦੇ ਮੁੱਲ ਤੱਤਾਂ 'ਤੇ ਵੀ ਆਧਾਰਿਤ ਹੈ। ਇਸ ਸਿਧਾਂਤ ਨੂੰ ਸਮਾਜਿਕ ਆਦਰਸ਼ਵਾਦ ਜਾਂ ਫਿਰ ਸੋਸ਼ਲਿਜ਼ਮ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ। ਮਾਰਕਸਵਾਦ ਦਾ ਵਾਧੂ ਮੁੱਲ ਜਿਹੜਾ ਹੈਗਾ ਨਿਮਨਲਿਖਤ ਮੁੱਖ ਧਾਰਾਵਾਂ ਨਾਲ ਜੁੜਿਆ ਹੋਇਆ ਹੈ। ਠੀਕ ਹੈ ਜੀ। ਤਾਂ ਦੇਖੋ ਇਤਿਹਾਸਵਾਦ, ਠੀਕ ਹੈ, ਅਤੇ ਆਪਣਾ ਲਿਖਿਆ ਹੋਇਆ ਦੋਸਤੋ ਕਲਾਸ ਸਟਰਗਲ, ਹਿਸਟੋਰੀਕਲ ਮਟੀਰੀਅਲਿਜ਼ਮ। ਠੀਕ ਹੈ ਜੀ। ਅਤੇ ਆਪਣਾ ਕੋਮੋਡਿਟੀ ਫੈਟਿਜ਼ਮ। ਠੀਕ ਹੈ ਜੀ। ਤਾਂ ਇਹਦਾ ਦੋਸਤੋ ਇਹ ਤੁਹਾਡਾ ਇਹ ਦਿੱਤਾ ਹੋਇਆ ਵਾ, ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ। ਬਾਕੀ ਦੋਸਤੋ ਇੱਕ ਆਹ ਦੇਖ ਲਓ, ਵਾਧੂ ਮੁੱਲ ਦਾ ਸਿਧਾਂਤ ਮਾਰਕਸਵਾਦ ਦਾ ਸਿੰਪਲ ਲੈਂਗੁਏਜ ਦੇ ਵਿੱਚ ਇਸ ਲਈ ਜਿਹੜਾ ਹੈਗਾ ਵਾ ਕੀ ਹੈ। ਠੀਕ ਹੈ ਜੀ। ਮਾਰਕਸਵਾਦ ਦਾ ਵਾਧੂ ਮੁੱਲ ਦਾ ਸਿਧਾਂਤ ਕੀ ਹੈ? ਮਾਰਕਸ ਦੁਆਰਾ ਮੁਹਾਵਰੇ ਦੀ ਵਰਤੋਂ ਨੂੰ ਹਮੇਸ਼ਾ ਸਰਪਲਸ ਵੈਲਿਊ ਵਜੋਂ ਅਨੁਵਾਦ ਕੀਤਾ ਗਿਆ ਹੈ। ਠੀਕ ਹੈ ਜੀ। ਇਸ ਨੂੰ ਮੁੜ ਜੋੜ ਤੋਂ ਵੱਖਰਾ ਕਰਦਾ ਹੈ। ਮਾਰਕਸ ਦੇ ਸਿਧਾਂਤ ਦੇ ਅਨੁਸਾਰ ਸਰਪਲਸ ਮੁੱਲ ਮਜ਼ਦੂਰਾਂ ਦੁਆਰਾ ਆਪਣੀ ਖੁਦ ਦੀ ਕਿਰਤ ਲਾਗਤ ਤੋਂ ਵੱਧ ਕੇ ਬਣਾਏ ਗਏ ਨਵੇਂ ਮੁੱਲ ਦੇ ਬਰਾਬਰ ਹੁੰਦਾ ਹੈ, ਜਿਸ ਨੂੰ ਦੋਸਤੋ ਪੂੰਜੀਪਤੀ ਦੁਆਰਾ ਉਤਪਾਦ ਵੇਚੇ ਜਾਣ ਤੇ ਮੁਨਾਫੇ ਵਜੋਂ ਨਿਯੰਤਰਿਤ ਕੀਤਾ ਜਾਂਦਾ ਹੈ। ਠੀਕ ਹੈ ਜੀ। ਤਾਂ ਇਹ ਦੋਸਤੋ ਤੁਹਾਡਾ ਹੈਗਾ ਵਾ ਕੀ ਹੈ ਮਾਰਕਸਵਾਦ ਦਾ ਵਾਧੂ ਮੁੱਲ ਦਾ ਸਿਧਾਂਤ। ਠੀਕ ਹੈ ਜੀ। ਤਾਂ ਤੁਸੀਂ ਇਸ ਨੂੰ ਦੇਖ ਲਓ, ਇਹ ਵਧੀਆ ਵਾ। ਅਗਲਾ ਪ੍ਰਸ਼ਨ ਦੇਖੋ ਦੋਸਤੋ, ਕੀ ਇੱਥੇ ਆਪਣਾ ਇਹ ਹੋ ਗਿਆ, ਹੁਣ ਹੈਗਾ ਭਾਗ ਈੜੀ ਆ। ਪਰੰਪਰਾਵਾਦੀ ਉਦਾਰਵਾਦ ਅਤੇ ਸਮਕਾਲੀ ਉਦਾਰਵਾਦ ਵਿੱਚ ਕੀ ਅੰਤਰ ਹੈ। ਠੀਕ ਹੈ ਜੀ। ਤਾਂ ਚਲੋ ਆਨਸਰ ਦੇਖਦੇ ਹਾਂ ਇਹਦਾ। ਇਹ ਤਾਂ ਚਲੋ ਆਪਣਾ ਹੈਗਾ ਵਾ ਆ ਰਿਹਾ, ਪਰੰਪਰਾਵਾਦੀ ਅਤੇ ਸਮਕਾਲੀ ਉਦਾਰਵਾਦ ਵਿੱਚ ਅੰਤਰ। ਤਾਂ ਦੇਖੋ, ਪਰੰਪਰਾਵਾਦੀ ਉਦਾਰਵਾਦ ਨੂੰ ਰਾਜ ਨੂੰ ਜਿਹੜਾ ਹੈਗਾ ਆਵਸ਼ਕ ਬੁਰਾਈ ਮੰਨਦੇ ਹਨ, ਜਦ ਕਿ ਸਮਕਾਲੀ ਉਦਾਰਵਾਦੀ ਰਾਜ ਨੂੰ ਸਮਾਜਿਕ ਅਤੇ ਨੈਤਿਕ ਸੰਸਥਾ ਸਵੀਕਾਰ ਕਰਦੇ ਹਨ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੋਸਤੋ ਇਹਨਾਂ ਨੇ ਹੋਰ ਕੀ ਲਿਖਿਆ ਸੀ, ਪਰੰਪਰਾਵਾਦੀ ਉਦਾਰਵਾਦ ਰਾਜ ਨੂੰ ਜਿਹੜਾ ਘੱਟੋ ਘੱਟ ਕਾਰਜ ਦਿੱਤੇ ਜਾਣ ਦੇ ਹੱਕ ਵਿੱਚ ਹਨ। ਠੀਕ ਹੈ ਜੀ। ਕਿ ਸਮਕਾਲੀ ਉਦਾਰਵਾਦ ਰਾਜ ਨੂੰ ਵਧੇਰੇ ਕਾਰਜ ਦਿੱਤੇ ਜਾਣ ਦੇ ਹੱਕ ਵਿੱਚ ਹਨ। ਪਰੰਪਰਾਵਾਦੀ ਉਦਾਰਵਾਦ ਜਿਹੜਾ ਹੈਗਾ ਵਾ ਦੋਸਤੋ ਕੀ ਹੈ, ਉਦਾਰਵਾਦੀ ਆਰਥਿਕ ਖੇਤਰ ਵਿੱਚ ਖੁੱਲ੍ਹੇ ਮੁਕਾਬਲੇ ਅਤੇ ਸੁਤੰਤਰ ਵਪਾਰ ਦੇ ਸਿਧਾਂਤ ਦੇ ਸਮਰਥਕ ਹਨ। ਠੀਕ ਹੈ ਜੀ। ਸਮਕਾਲੀ ਉਦਾਰਵਾਦ ਇਹ ਨਾ ਸਿਧਾਂਤਾਂ ਆਰਥਿਕ ਖੇਤਰ ਵਿੱਚ ਖੁੱਲ੍ਹੇ ਮੁਕਾਬਲੇ ਅਤੇ ਸੁਤੰਤਰ ਵਪਾਰ ਦੇ ਸਿਧਾਂਤ ਦੇ ਸਮਰਥਕ ਹਨ, ਜਦਕਿ ਸਮਕਾਲੀ ਉਦਾਰਵਾਦੀ ਇਹਨਾਂ ਸਿਧਾਂਤਾਂ ਦਾ ਖੰਡਨ ਕਰਦੇ ਹਨ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਅਗਲਾ ਆਪਣਾ ਪ੍ਰਸ਼ਨ ਕੀ ਹੈ, ਕਾਰਲ ਮਾਰਕਸ ਦੇ ਸਿਧਾਂਤਾਂ ਦੀ ਆਲੋਚਨਾਤਮਕ ਵਿਆਖਿਆ ਕਰੋ। ਠੀਕ ਹੈ ਜੀ। ਤਾਂ ਦੇਖੋ, ਮਾਰਕਸਵਾਦ ਦੀ ਆਲੋਚਨਾ ਤਾਂ ਦੇਖੋ ਕੀ ਹੈ, ਦਵੰਦਵਾਦੀ ਵਿਭਿੰਨਤਾ ਦਾ ਸਿਧਾਂਤ ਬਿਲਕੁਲ ਸਹੀ ਨਹੀਂ ਹੈ। ਜਮਾਤੀ ਸੰਘਰਸ਼ ਦਾ ਸਿਧਾਂਤ ਗੈਰ ਸਿਧਾਂਤਕ ਹੈ। ਵਾਧੂ ਮੁੱਲ ਦਾ ਸਿਧਾਂਤ ਗਲਤ ਹੈ। ਪੂੰਜੀਵਾਦ ਦੇ ਸਵੈ ਵਿਨਾਸ਼ ਦਾ ਕਾਨੂੰਨ ਝੂਠਾ ਹੈ। ਰਾਜ ਇੱਕ ਬੁਰਾਈ ਨਹੀਂ ਹੈ। ਮਾਰਕਸ ਦੀ ਭਵਿੱਖਬਾਣੀ ਗਲਤ ਸਾਬਤ ਹੋਈ। ਠੀਕ ਹੈ। ਅਤੇ ਨਿੱਜੀ ਜਾਇਦਾਦ ਮਾੜੀ ਨਹੀਂ ਹੈ। ਕਿਸੇ ਦੀ ਰੂਪ ਵਿੱਚ ਤਾਨਾਸ਼ਾਹੀ ਮਾੜੀ ਹੈ। ਮਾਰਕਸਵਾਦ ਰਾਸ਼ਟਰਵਾਦ ਦੀਆਂ ਤਾਕਤਾਂ ਨੂੰ ਨਜ਼ਰਅੰਦਾਜ਼ ਕਰਦਾ ਹੈ। ਮਾਰਕਸਵਾਦ ਨਫ਼ਰਤ ਅਤੇ ਹਿੰਸਾ 'ਤੇ ਆਧਾਰਿਤ ਹੈ। ਮਾਰਕਸਵਾਦ ਧਰਮ 'ਤੇ ਨਜਾਇਜ਼ ਹਮਲਾ ਕਰਦਾ ਹੈ। ਠੀਕ ਹੈ। ਇਹ ਤੁਹਾਡਾ ਆਨਸਰ ਹੋ ਜਾਏਗਾ। ਅੱਗੇ ਹੈ ਆਪਣਾ ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਤਾ ਵਿੱਚ ਜਿਹੜਾ ਹੈਗਾ ਵਾ ਅੰਤਰ ਸਪਸ਼ਟ ਕਰੋ। ਤਾਂ ਚਲੋ ਦੇਖਦੇ ਹਾਂ। ਸਿਆਸੀ ਪਾਰਟੀਆਂ, ਤਾਂ ਸਿਆਸੀ ਪਾਰਟੀਆਂ ਵਾਲਾ ਆ ਗਿਆ। ਸਿਆਸੀ ਕਾਰਜਕਾਰੀ ਅਤੇ ਸਥਾਈ ਕਾਰਜਕਾਰੀ। ਠੀਕ ਹੈ ਜੀ। ਆਹੀ ਹੈ ਨਾ ਸਿਆਸੀ। ਠੀਕ ਹੈ ਜੀ। ਆਪਣਾ ਕਿਹੜਾ ਕੁਐਸਚਨ ਸੀਗਾ, ਕਿਹੜਾ ਕਰ ਰਹੇ ਸੀਗੇ ਆਪਾਂ, ਰਾਜਨੀਤਿਕ ਕਾਰਜਪਾਲਿਕਾ, ਹਾਂਜੀ ਆਹੀ। ਠੀਕ ਹੈ ਜੀ। ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਤਾ। ਠੀਕ ਹੈ ਜੀ। ਰਾਜਨੀਤਿਕ ਕਾਰਜਪਾਲਿਕਤਾ। ਠੀਕ ਹੈ ਜੀ। ਆਹ ਦੇਖ ਲਓ, ਸਿਆਸੀ ਮਤਲਬ ਉਹੀ ਰਾਜਨੀਤਿਕ ਹੁੰਦਾ ਵਾ, ਸਥਾਈ ਕਾਰਜਕਾਰੀ। ਤਾਂ ਇਹਦੇ ਵਿੱਚ ਅੰਤਰ ਕੀ ਹੈ, ਰਾਜਨੀਤਿਕ ਕਾਰਜਕਾਰੀ ਅਤੇ ਸਥਾਈ ਕਾਰਜਕਾਰੀ ਸ਼ਬਦ ਦਾ ਅਕਸਰ ਸਰਕਾਰ ਅਤੇ ਪ੍ਰਸ਼ਾਸਨ ਦੇ ਸੰਦਰਭ ਵਿੱਚੋਂ ਵੱਖ-ਵੱਖ ਸ਼ਾਖਾਵਾਂ ਦੀ ਸਰਕਾਰ ਦੀ ਕਾਰਜਕਾਰੀ ਸ਼ਾਖਾ ਦੇ ਪਹਿਲੂ ਨੂੰ ਦਰਸਾਉਣ ਲਈ ਵਰਤੇ ਹਨ। ਇਹ ਉਹਨਾਂ ਵਿਚਕਾਰ ਮੁੱਖ ਅੰਤਰ ਹੈ। ਭੂਮਿਕਾ ਅਤੇ ਕਾਰਜ। ਠੀਕ ਹੈ ਜੀ। ਰਾਜਨੀਤਿਕ ਕਾਰਜਕਾਰੀ ਚੁਣੇ ਹੋਏ ਜਾਂ ਨਿਯੁਕਤ ਅਧਿਕਾਰੀਆਂ ਨੂੰ ਦਰਸਾਉਂਦੀ ਹੈ ਜੋ ਸਰਕਾਰ ਵਿੱਚ ਰਾਜਨੀਤਿਕ ਅਹੁਦਿਆਂ 'ਤੇ ਹਨ। ਇਸ ਵਿੱਚ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ
ਕ੍ਰਮਵਾਰ ਰਾਸ਼ਟਰਪਤੀ ਜਾਂ ਸੰਸਦੀ ਪ੍ਰਣਾਲੀ ਵਿੱਚ ਸ਼ਾਮਿਲ ਹਨ। ਮੰਤਰੀ ਅਤੇ ਕਾਰਜਕਾਰੀ ਸ਼ਾਖਾ ਦੇ ਹੋਰ ਉੱਚ ਦਰਜੇ ਦੇ ਅਧਿਕਾਰੀ ਰਾਜਨੀਤਿਕ ਕਾਰਜਕਾਰੀ ਸਰਕਾਰ ਦੀਆਂ ਨੀਤੀਆਂ ਫੈਸਲਿਆਂ ਕਾਨੂੰਨ ਬਣਾਉਣ ਅਤੇ ਲਾਗੂ ਲਈ ਜ਼ਿੰਮੇਵਾਰ ਹਨ। ਉਹ ਵਿਧਾਨ ਸਭਾ ਅਤੇ ਅੰਤ ਵਿੱਚ ਵੋਟਰਾਂ ਪ੍ਰਤੀ ਜਵਾਬਦੇਹ ਹਨ। ਅਤੇ ਸਥਾਈ ਕਾਰਜਕਾਰੀ ਦੋਸਤੋ ਜਿਸ ਨੂੰ ਜਿਹੜਾ ਹੈਗਾ ਸਿਵਲ ਸਰਵਿਸ ਜਾਂ ਕਿਹਾ ਜਾਂਦਾ ਹੈ, ਨੌਕਰਸ਼ਾਹੀ, ਠੀਕ ਹੈ ਜੀ। ਸਰਕਾਰ ਵਿੱਚ ਕੰਮ ਕਰਨ ਵਾਲੇ ਕੈਰੀਅਰ ਸਿਵਲ ਸੇਵਕਾਂ ਦੇ ਸ਼ਾਮਿਲ ਹੁੰਦੇ ਹਨ। ਵਿਭਾਗ ਅਤੇ ਏਜੰਸੀਆਂ ਇਹ ਵਿਅਕਤੀ ਚੁਣੇ ਨਹੀਂ ਸਗੋਂ ਨਿਯੁਕਤ ਕੀਤੇ ਜਾਂਦੇ ਹਨ। ਇਹ ਇੱਕ ਪ੍ਰਤੀਯੋਗੀ ਮਤਲਬ ਪੇਪਰ ਹੁੰਦੇ ਆ ਸਰਕਾਰੀ ਨੌਕਰੀ ਦੇ, ਠੀਕ ਹੈ ਜੀ। ਤਾਂ ਉਹੀ ਹੁੰਦੇ ਆ ਇਹ ਸਥਾਈ ਕਾਰਜਕਾਰੀ ਜਿਹੜੇ IAS ਵਗੈਰਾ PCS ਵਗੈਰਾ, ਠੀਕ ਹੈ ਜੀ, ਦੁਆਰਾ ਯੋਗਤਾ ਦੇ ਆਧਾਰ 'ਤੇ ਯਾਨੀ ਕਿ ਮਤਲਬ ਕੋਈ ਕੁਆਲੀਫਿਕੇਸ਼ਨ ਹੁੰਦੀ ਹੈ ਉਹਨਾਂ ਦੇ। ਸਥਾਈ ਕਾਰਜਕਾਰੀ ਸਰਕਾਰੀ ਪ੍ਰੋਗਰਾਮ ਅਤੇ ਸੇਵਾਵਾਂ ਦੇ ਰੋਜ਼ਾਨਾ ਦੇ ਪ੍ਰਸ਼ਾਸਨ ਲਈ ਜ਼ਿੰਮੇਵਾਰ ਹਨ, ਠੀਕ ਹੈ ਜੀ। ਉਹ ਨਿਰੰਤਰਤਾ ਅਤੇ ਮੁਹਾਰਤ ਪ੍ਰਦਾਨ ਕਰਦੇ ਹਨ। ਸਿਆਸੀ ਲੀਡਰਸ਼ਿਪ ਵਿੱਚ ਤਬਦੀਲੀਆਂ ਦੀ ਪਰਵਾਹ ਕੀਤੇ ਬਿਨਾਂ ਸਰਕਾਰ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ, ਠੀਕ ਹੈ ਜੀ। ਇਹ ਤੁਹਾਡਾ ਆਨਸਰ ਹੋ ਜਾਏਗਾ। ਅੱਗੇ ਆਪਣਾ ਰਾਜਨੀਤਿਕ ਦਲਾਂ ਤੋਂ ਕੀ ਭਾਵ ਹੈ। ਰਾਜਨੀਤਿਕ ਦਲਾਂ ਦੀਆਂ ਮੁੱਖ ਕਿਸਮਾਂ ਦਾ ਵਰਣਨ ਕਰੋ। ਤਾਂ ਦੋਸਤੋ ਰਾਜਨੀਤਿਕ ਦਲਾਂ ਪਾਰਟੀਆਂ, ਹਾਂਜੀ ਕਿਹੜਾ ਉੱਪਰ ਸੀਗਾ ਇਹਦਾ ਆਨਸਰ, ਚਲੋ ਉੱਪਰ ਦੇਖਦੇ ਹਾਂ ਆਪਾਂ, ਆ ਰਿਹਾ ਦੋਸਤੋ। ਰਾਜਨੀਤਿਕ ਪਾਰਟੀਆਂ ਤੋਂ ਕੀ ਭਾਵ ਹੈ। ਰਾਜਨੀਤਿਕ ਪਾਰਟੀਆਂ ਦੇ ਮੁੱਖ ਕਿਸਮਾਂ। ਰਾਜਨੀਤਿਕ ਪਾਰਟੀਆਂ ਵਿਅਕਤੀਆਂ ਦੇ ਸੰਗਠਿਤ ਸਮੂਹ ਹਨ ਜੋ ਸਮਾਨ ਰਾਜਨੀਤਿਕ ਵਿਚਾਰਧਾਰਾਵਾਂ, ਵਿਸ਼ਵਾਸ, ਉਦੇਸ਼ਾਂ ਨੂੰ ਸਾਂਝਾ ਕਰਦੇ ਹਨ। ਉਹ ਚੋਣਾਂ ਵਿੱਚ ਸੱਤਾ ਲਈ ਮੁਕਾਬਲਾ ਕਰਕੇ ਸਰਕਾਰ ਬਣਾ ਕੇ ਲੋਕਤੰਤਰੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰਾਜਨੀਤਿਕ ਪਾਰਟੀਆਂ ਨਾਗਰਿਕਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ। ਨੀਤੀਆਂ ਘੜਨ ਅਤੇ ਰਾਜਨੀਤਿਕ ਭਾਗੀਦਾਰੀ ਅਤੇ ਸ਼ਮੂਲੀਅਤ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇੱਥੇ ਰਾਜਨੀਤਿਕ ਪਾਰਟੀਆਂ ਦੀਆਂ ਮੁੱਖ ਕਿਸਮਾਂ ਹਨ। ਪ੍ਰਮੁੱਖ ਰਾਜਨੀਤਿਕ ਪਾਰਟੀਆਂ, ਠੀਕ ਹੈ ਜੀ, ਇਹ ਤੁਸੀਂ ਰੀਡ ਕਰ ਸਕਦੇ ਹੋ। ਇਹ ਇੱਕ ਦੇਸ਼ ਵਿੱਚ ਪ੍ਰਮੁੱਖ ਅਤੇ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਹੁੰਦੀਆਂ ਹਨ, ਠੀਕ ਹੈ ਜੀ। ਅਤੇ ਇਹਦੇ ਵਿੱਚ ਜਿਵੇਂ ਕਿ ਆਪਣਾ ਰਾਸ਼ਟਰੀ ਕਾਂਗਰਸ ਆ ਗਿਆ ਅਤੇ ਭਾਜਪਾ ਆ ਗਈ, ਭਾਰਤੀ ਜਨਤਾ ਪਾਰਟੀ, ਠੀਕ ਹੈ ਜੀ। ਛੋਟੀਆਂ ਸਿਆਸੀਆਂ ਪਾਰਟੀਆਂ, ਠੀਕ ਹੈ ਜੀ, ਵੱਡੀਆਂ ਪਾਰਟੀਆਂ ਦੇ ਮੁਕਾਬਲੇ ਸੀਟਾਂ ਅਤੇ ਵੋਟਰਾਂ ਦੇ ਸਮਰਥਨ ਦੇ ਮਾਮਲੇ ਵਿੱਚ ਇਹਨਾਂ ਪਾਰਟੀਆਂ ਦੀ ਘੱਟ ਮੌਜੂਦਗੀ ਹੁੰਦੀ ਹੈ, ਠੀਕ ਹੈ ਜੀ। ਜਿਵੇਂ ਕਿ ਆਹ ਦੇਖ ਲਓ, ਇਹਨਾਂ ਦੇ ਵੀ ਨਾਮ ਲਿਖੇ ਹੋਏ ਨੇ, SNP, ਠੀਕ ਹੈ ਜੀ। ਖੇਤਰੀ ਪਾਰਟੀਆਂ ਨੇ, ਸਿੰਗਲ ਇਸ਼ੂ ਪਾਰਟੀ, ਠੀਕ ਹੈ ਜੀ, ਸ਼ਾਮਿਲ ਇਹਦੇ ਵਿੱਚ, ਠੀਕ ਹੈ। ਅਤੇ ਗ੍ਰੀਨ ਪਾਰਟੀ ਆ ਰਿਹਾ ਦੇਸ਼ ਵਿੱਚ, ਗ੍ਰੀਨ ਪਾਰਟੀ ਇਹ, ਠੀਕ ਹੈ। ਅਤੇ ਇਸ ਤੋਂ ਬਾਅਦ ਦੋਸਤੋ ਅਗਲਾ ਤੁਹਾਡਾ ਹੈਗਾ ਵਾ ਵਿਰੋਧੀ ਸਿਆਸੀ ਪਾਰਟੀਆਂ। ਇੱਕ ਸੰਸਦੀ ਪ੍ਰਣਾਲੀ ਵਿੱਚ ਵਿਰੋਧੀ ਪਾਰਟੀਆਂ ਉਹ ਹੁੰਦੀਆਂ ਹਨ ਜੋ ਸਰਕਾਰ ਨਹੀਂ ਬਣਾਉਂਦੀਆਂ, ਠੀਕ ਹੈ ਜੀ। ਜਿਵੇਂ ਕਿ ਪੰਜਾਬ ਦੇ ਵਿੱਚ ਹਜੇ ਗੱਲ ਕਰੀਏ ਤਾਂ ਵਿਰੋਧੀ ਪਾਰਟੀ ਕੌਣ ਆ, ਕਾਂਗਰਸ, ਠੀਕ ਹੈ ਜੀ। ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਉਹਨਾਂ ਨੂੰ ਜ਼ਿਆਦਾ ਵੋਟਾਂ ਪਈਆਂ ਨੇ ਅਤੇ ਉਸ ਤੋਂ ਬਾਅਦ ਜਿਹੜੀਆਂ ਵੋਟਾਂ ਪਈਆਂ ਨੇ ਉਹ ਕਾਂਗਰਸ ਨੂੰ ਪਈਆਂ ਨੇ, ਠੀਕ ਹੈ ਜੀ। ਤਾਂ ਫਿਰ ਉਹ ਓਪੋਜੀਸ਼ਨ ਆ। ਅੱਗੇ ਆਪਣਾ ਸੁਤੰਤਰ ਰਾਜਨੀਤਿਕ ਪਾਰਟੀਆਂ। ਤਾਂ ਕੁਝ ਵਿਅਕਤੀ ਜਾਂ ਫਿਰ ਸਮੂਹ ਜਿਹੜੇ ਹੈਗੇ ਸੁਤੰਤਰ ਰਾਜਨੀਤਿਕ ਪਾਰਟੀਆਂ ਬਣਾਉਣ ਦੀ ਚੋਣ ਜਿਹੜੇ ਹੈਗੇ ਆ ਕਰਦੇ ਹਨ ਅਤੇ ਉਹ ਮਹਿਸੂਸ ਕਰਦੇ ਹਨ ਕਿ ਮੌਜੂਦਾ ਪਾਰਟੀਆਂ ਉਹਨਾਂ ਦੀਆਂ ਹਿੱਤਾਂ ਅਤੇ ਵਿਚਾਰਧਾਰਾਵਾਂ ਨੂੰ ਉਚਿਤ ਪ੍ਰਤੀਨਿਧਤਾ ਨਹੀਂ ਕਰਦੀਆਂ ਹਨ। ਸੁਤੰਤਰ ਪਾਰਟੀਆਂ ਪ੍ਰਮੁੱਖ ਜਾਂ ਫਿਰ ਸਥਾਪਿਤ ਪਾਰਟੀਆਂ ਨਾਲ ਜੁੜੀਆਂ ਨਹੀਂ ਹੁੰਦੀਆਂ, ਅਕਸਰ ਖਾਸ ਮੁੱਦਿਆਂ ਜਾਂ ਕਾਰਨਾਂ 'ਤੇ ਧਿਆਨ ਕੇਂਦਰਿਤ ਕਰਦੀਆਂ ਹਨ। ਉਹ ਮਹੱਤਵਪੂਰਨ ਚੋਣ ਸਮਰਥਨ ਹਾਸਲ ਕਰਨ ਲਈ ਸੰਘਰਸ਼ ਕਰ ਸਕਦੇ ਹਨ, ਫਿਰ ਵੀ ਸਿਆਸੀ ਭਾਸ਼ਣ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਹ ਤੁਹਾਡਾ ਆਨਸਰ ਹੋ ਗਿਆ। ਅਗਲਾ ਪ੍ਰਸ਼ਨ ਹੈ ਆਪਣਾ ਰਾਜਨੀਤਿਕ ਪਾਰਟੀਆਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਤਾਂ ਦੇਖੋ ਰਾਜਨੀਤਿਕ ਪਾਰਟੀਆਂ ਦਾ ਜਿਹੜਾ ਹੈਗਾ ਵਾ ਵਿਸ਼ੇਸ਼ਤਾਵਾਂ ਆ ਰਿਹਾ, ਇਹਦਾ ਆਨਸਰ ਇੱਥੇ ਕਿਤੇ ਹੀ ਸੀ, ਹਾਂਜੀ। ਰਾਜਨੀਤਿਕ ਪਾਰਟੀ ਦੀਆਂ ਵਿਸ਼ੇਸ਼ਤਾਵਾਂ ਹਨ। ਇਹ ਰਾਜਨੀਤਿਕ ਪਾਰਟੀ ਦੇ ਮੈਂਬਰ ਹੁੰਦੇ ਹਨ ਜੋ ਸਮਾਜ ਲਈ ਕੁਝ ਨੀਤੀਆਂ ਪ੍ਰੋਗਰਾਮਾਂ 'ਤੇ ਸਹਿਮਤ ਹੁੰਦੇ ਹਨ ਜੋ ਆਮ ਭਲੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਚੋਣਾਂ ਰਾਹੀਂ ਲੋਕਾਂ ਦਾ ਸਮਰਥਨ ਹਾਸਲ ਕਰਕੇ ਨੀਤੀਆਂ ਨੂੰ ਲਾਗੂ ਕਰਨਾ ਚਾਹੀਦਾ ਹੈ। ਆਗੂ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੀ ਹਾਜ਼ਰੀ ਵਿੱਚ, ਠੀਕ ਹੈ ਜੀ। ਤਾਂ ਇਹਦਾ ਇਹ ਵਿਸ਼ੇਸ਼ਤਾਵਾਂ ਹਨ, ਠੀਕ ਹੈ ਜੀ। ਇਹ ਇੱਕ ਰਾਜਨੀਤਿਕ ਪਾਰਟੀ ਦੀਆਂ ਵਿਸ਼ੇਸ਼ਤਾਵਾਂ ਲਿਖੀਆਂ ਹੋਈਆਂ ਸਨ ਇੱਥੇ। ਅੱਗੇ ਆਪਣਾ ਦੋਸਤੋ ਇੱਕ ਦਲ ਪ੍ਰਣਾਲੀ ਦਾ ਕੀ ਅਰਥ ਹੈ, ਇਸ ਦੇ ਗੁਣ ਅਤੇ ਅਵਗੁਣ ਬਾਰੇ ਚਰਚਾ ਕਰੋ, ਠੀਕ ਹੈ ਜੀ। ਤਾਂ ਦੇਖੋ ਇੱਕ ਪਾਰਟੀ ਸਿਸਟਮ ਦਾ ਕੀ ਅਰਥ ਹੈ, ਇਸ ਦੇ ਗੁਣ ਅਤੇ ਨੁਕਸਾਨ ਬਾਰੇ। ਇੱਕ ਦਲ ਪਾਰਟੀ ਜਾਂ ਇੱਕ ਪਾਰਟੀ ਪ੍ਰਣਾਲੀ, ਜਿਸ ਨੂੰ ਇੱਕ ਪਾਰਟੀ ਪ੍ਰਣਾਲੀ ਵੀ ਕਿਹਾ ਜਾਂਦਾ ਹੈ, ਇਹ ਇੱਕ ਕਿਸਮ ਦੀ ਜਿਹੜੀ ਹੈ ਰਾਜਨੀਤਿਕ ਪ੍ਰਣਾਲੀ ਹੈ। ਇੱਥੇ ਇੱਕ ਰਾਜਨੀਤਿਕ ਪਾਰਟੀ ਸਰਕਾਰ ਉੱਤੇ ਸ਼ਕਤੀ ਅਤੇ ਨਿਯੰਤਰਣ ਦੀ ਪ੍ਰਮੁੱਖ ਅਤੇ ਅਕਸਰ ਵਿਸ਼ੇਸ਼ ਸਥਿਤੀ ਰੱਖਦੀ ਹੈ। ਅਜਿਹੀ ਪ੍ਰਣਾਲੀ ਵਿੱਚ ਵਿਰੋਧੀ ਪਾਰਟੀਆਂ ਜਾਂ ਤਾਂ ਫਿਰ ਦੋਸਤੋ ਵਰਜਿਤ ਜਾਂ ਫਿਰ ਹਾਸ਼ੀਏ 'ਤੇ ਹਨ, ਜਾਂ ਫਿਰ ਸੱਤਾਧਾਰੀ ਪਾਰਟੀ ਦਾ ਖਾਸ ਤੌਰ 'ਤੇ ਸਰਕਾਰ ਅਤੇ ਸਮਾਜ ਦੇ ਸਾਰੇ ਪਹਿਲੂਆਂ 'ਤੇ ਮਹੱਤਵਪੂਰਨ ਪ੍ਰਭਾਵ ਜਿਹੜਾ ਹੈਗਾ ਹੁੰਦਾ ਹੈ। ਇਸ ਇੱਕ ਪਾਰਟੀ ਪ੍ਰਣਾਲੀ ਦੇ ਕੁਝ ਗੁਣ ਅਤੇ ਨੁਕਸਾਨ ਹਨ, ਠੀਕ ਹੈ ਜੀ। ਤਾਂ ਦੇਖੋ ਸਿਆਸੀ ਸਥਿਰਤਾ, ਅਗਰ ਇੱਕ ਪਾਰਟੀ ਹੋਏਗੀ ਤਾਂ ਇੱਕ ਪਾਰਟੀ ਪ੍ਰਣਾਲੀ ਅਕਸਰ ਉੱਚ ਪੱਧਰੀ ਰਾਜਨੀਤਿਕ ਸਥਿਰਤਾ ਦਾ ਆਨੰਦ ਮਾਣਦੀਆਂ ਹਨ। ਕੁਸ਼ਲਤਾ ਅਤੇ ਫੈਸਲਾ ਲੈਣਾ, ਨਿਯੰਤਰਣ ਵਿੱਚ ਇੱਕ ਧਿਰ ਦੇ ਨਾਲ ਹੀ ਫੈਸਲਾ ਲੈਣ ਦੀ ਪ੍ਰਕਿਰਿਆ ਤੇਜ਼ ਅਤੇ ਵਧੇਰੇ ਕੁਸ਼ਲ ਹੁੰਦੀ ਹੈ। ਸਪਸ਼ਟ ਨੀਤੀ ਨਿਰਦੇਸ਼, ਇੱਕ ਪਾਰਟੀ ਪ੍ਰਣਾਲੀ ਇੱਕ ਸਪਸ਼ਟ ਅਤੇ ਇੱਕ ਅਸਰ ਨੀਤੀ ਪ੍ਰਦਾਨ ਕਰਦੀ ਹੈ, ਠੀਕ ਹੈ ਜੀ। ਅਤੇ ਲੰਬੇ ਸਮੇਂ ਦੀ ਯੋਜਨਾ ਅਤੇ ਵਿਕਾਸ ਟੀਚਿਆਂ ਲਈ ਲਾਭਦਾਇਕ ਹੋ ਸਕਦਾ ਹੈ। ਏਕਤਾ ਅਤੇ ਰਾਸ਼ਟਰਵਾਦ, ਇੱਕ ਪਾਰਟੀ ਪ੍ਰਣਾਲੀ ਵਿੱਚ ਅਕਸਰ ਏਕਤਾ ਅਤੇ ਰਾਸ਼ਟਰਵਾਦ 'ਤੇ ਜ਼ੋਰ ਦਿੱਤਾ ਜਾਂਦਾ ਹੈ, ਠੀਕ ਹੈ ਜੀ। ਆਰਥਿਕ ਵਿਕਾਸ, ਕੁਝ ਇੱਕ ਪਾਰਟੀ ਰਾਜ ਤੇਜ਼ ਆਰਥਿਕ ਵਿਕਾਸ ਨੂੰ
ਜਿਹੜਾ ਹੈਗਾ ਵਾ ਪ੍ਰਾਪਤ ਕਰਨ ਵਿੱਚ ਸਫਲ ਹੋ ਰਹੇ ਹਨ, ਖਾਸ ਤੌਰ 'ਤੇ ਅਜਿਹੇ ਮਾਮਲਿਆਂ ਵਿੱਚ ਜਿੱਥੇ ਸੱਤਾਧਾਰੀ ਪਾਰਟੀ ਨੇ ਠੋਸ ਆਰਥਿਕ ਨੀਤੀਆਂ ਲਾਗੂ ਕੀਤੀਆਂ ਹਨ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ। ਨੁਕਸਾਨ ਕੀ ਹੈ ਦੋਸਤੋ, ਅਗਰ ਸਿੰਗਲ ਪਾਰਟੀ ਹੋਏਗੀ ਤਾਂ ਰਾਜਨੀਤੀ ਬਹੁਲਵਾਦ ਦੀ ਘਾਟ। ਠੀਕ ਹੈ ਜੀ, ਇੱਕ ਪਾਰਟੀ ਪ੍ਰਣਾਲੀ ਵਿੱਚ ਦੀ ਸਭ ਤੋਂ ਮਹੱਤਵਪੂਰਨ ਕਮੀ ਵਿੱਚੋਂ ਇੱਕ ਸਿਆਸੀ ਮੁਕਾਬਲੇ ਦੇ ਬਹੁਲਵਾਦ ਦੀ ਘਾਟ ਹੈ। ਮੁਕਾਬਲੇ ਵਾਲੇ ਸਿਆਸੀ ਮਾਹੌਲ ਤੋਂ ਬਿਨਾਂ ਸੱਤਾਧਾਰੀ ਪਾਰਟੀ ਨੂੰ ਲੋਕ ਦੀਆਂ ਲੋੜਾਂ ਅਤੇ ਚਿੰਤਾਵਾਂ ਪ੍ਰਤੀ ਜਵਾਬਦੇਹ ਹੋਣ ਲਈ ਬਹੁਤ ਘੱਟ ਪ੍ਰੇਰਣਾ ਮਿਲਦੀ ਹੈ। ਤਾਨਾਸ਼ਾਹੀ ਹੋ ਸਕਦੀ ਹੈ, ਅਗਰ ਇੱਕ ਪਾਰਟੀ ਹੋਏਗੀ ਤਾਂ ਤਾਨਾਸ਼ਾਹੀ ਹੋ ਜਾਏਗੀ। ਠੀਕ ਹੈ ਜੀ, ਇੱਕ ਪਾਰਟੀ ਪ੍ਰਣਾਲੀ ਅਕਸਰ ਜਿਹੜੀ ਹੈਗੀ ਤਾਨਾਸ਼ਾਹੀ ਵੱਲ ਝੁਕਦੀਆਂ ਹਨ। ਠੀਕ ਹੈ ਜੀ, ਭ੍ਰਿਸ਼ਟਾਚਾਰ ਵੀ ਹੋ ਸਕਦੀ ਹੈ, ਅਗਰ ਇੱਕ ਹੀ ਪਾਰਟੀ ਰਹੇਗੀ ਤਾਂ ਭ੍ਰਿਸ਼ਟਾਚਾਰ ਵੀ ਕਰ ਸਕਦੀ ਹੈ। ਪ੍ਰਤੀਯੋਗਿਤਾ ਰਾਜਨੀਤਿਕ ਮਾਹੌਲ ਦੀ ਹੋਂਦ ਵਿੱਚ ਜਿਹੜਾ ਹੈਗਾ ਵਾ ਭ੍ਰਿਸ਼ਟਾਚਾਰ ਇੱਕ ਪਾਰਟੀ ਰਾਜਾਂ ਵਿੱਚ ਵਿਆਪਕ ਹੋ ਸਕਦਾ ਹੈ। ਠੀਕ ਹੈ ਜੀ, ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅੱਗੇ ਦੋਸਤੋ ਤੁਹਾਡਾ ਇਹ ਕੀ ਹੈ, ਹਰੇਕ ਪ੍ਰਸ਼ਨ 2 ਅੰਕ ਦਾ ਹੈ, ਮਤਲਬ ਦੋਸਤੋ ਇਹ ਤੁਹਾਡਾ ਸਰੋਤ ਆਧਾਰਿਤ ਪ੍ਰਸ਼ਨ ਆ। ਇਹ ਪੈਰੇ ਨੂੰ ਪੜ੍ਹੋ, ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਨਸਰ ਦੇਣਾ ਵਾ। ਪਹਿਲਾਂ ਮੈਂ ਵੀ ਪੜ੍ਹ ਤਾਂ ਦੋਸਤੋ ਦੇਖੋ ਇਹਦੇ ਵਿੱਚ ਪਹਿਲਾ ਪ੍ਰਸ਼ਨ ਕੀ ਹੈ, ਗੁੱਟ ਨਿਰਲਿਪਤਾ ਦਾ ਮੁੱਖ ਸਮਰਥਕ ਭਾਰਤ ਆਪਣੀਆਂ ਤਰਜੀਹਾਂ ਦੇ ਸਥਿਰ ਹੈ, ਭਾਰਤ ਆਪਣੀਆਂ ਤਰਜੀਹਾਂ 'ਤੇ ਚਿੰਤਿਤ ਹੈ, ਭਾਰਤ ਆਪਣੀਆਂ ਤਰਜੀਹਾਂ 'ਤੇ ਸਥਿਰ ਨਹੀਂ ਹੈ, ਭਾਰਤ ਆਪਣੀ ਤਰਜੀਹਾਂ 'ਤੇ ਗਲਤ ਹੈ। ਇਹਦਾ ਆਨਸਰ ਤੁਸੀਂ ਮੈਨੂੰ ਦੱਸਣਾ ਵਾ ਕਮੈਂਟ ਬਾਕਸ ਦੇ ਵਿੱਚ ਕਿ ਕੀ ਹੈ। ਗੁੱਟ ਨਿਰਲਿਪਤਾ ਦਾ ਸਿਧਾਂਤ ਕੀ ਹੈ। ਠੀਕ ਹੈ ਜੀ, ਤਾਂ ਦੇਖੋ ਗੁੱਟ ਨਿਰਲਿਪਤਾ ਦਾ ਸਿਧਾਂਤ ਜਿਹੜਾ ਹੈਗਾ ਵਾ ਸ਼ੀਤ ਯੁੱਧ ਦੀ ਰਾਜਨੀਤੀ ਅਤੇ ਦੋ ਧਰੁਵੀ ਸੰਸਾਰ ਦਾ ਇੱਕ ਹੀ ਉਪਜ ਸੀ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਆਪਣਾ ਪ੍ਰਸ਼ਨ ਸੀਗਾ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵਿਚਕਾਰ ਜਿਹੜਾ ਹੈਗਾ ਵਾ ਕੀ ਸੀਗਾ ਦੋਸਤੋ, ਇੱਥੇ ਇਹਦਾ ਆਨਸਰ ਸੀਗਾ ਹਾਂਜੀ ਉਹਨਾਂ ਦੇ ਜਿਹੜੇ ਹੈਗੇ ਗਲੋਬਲ ਹਾਂਜੀ ਇੱਥੇ ਹੀ ਤਾਂ ਸੀਗਾ, ਵੇਟ ਮੈਂ ਦੁਬਾਰਾ ਦੇਖ ਲੈਂਦਾ ਇਹਨੂੰ। ਹਾਂਜੀ, ਤਾਂ ਆਹ ਆਨਸਰ ਇਹਦਾ ਗਲੋਬਲ ਅਤੇ ਆਰਥਿਕ ਮੁੱਦਿਆਂ 'ਤੇ ਵੱਖੋ ਵੱਖਰੇ ਵਿਚਾਰ ਹਨ। ਠੀਕ ਹੈ ਜੀ, ਗਲੋਬਲ ਅਤੇ ਆਰਥਿਕ ਮੁੱਦਿਆਂ 'ਤੇ ਵੱਖੋ ਵੱਖਰੇ ਵਿਚਾਰ ਹਨ। ਠੀਕ ਹੈ, ਵਿਕਾਸਸ਼ੀਲ ਦੇਸ਼ ਗੁੱਟ ਨਿਰਲਿਪਤਾ ਨਾਲ ਵਿਸ਼ਵ ਮੁੱਦਿਆਂ ਵਿੱਚ ਬਰਾਬਰਤਾ ਦਾ ਦਰਜਾ ਹਾਸਲ ਕਰ ਸਕਦੇ ਹਨ। ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵਾ। ਅੱਗੇ ਕੋਈ 2 ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੱਸੋ, ਤਾਂ ਇਹਦਾ ਆਨਸਰ ਜਿਵੇਂ ਕਿ ਤੁਸੀਂ ਆਹ ਲਿਖਦੇ ਹੋ IMF, ਠੀਕ ਹੈ ਜੀ, ਵਿਸ਼ਵ ਬੈਂਕ, ਠੀਕ ਹੈ ਜੀ, ਆਹ ਤੁਸੀਂ ਲਿਖ ਦੇਣਾ ਵਾ। ਠੀਕ ਹੈ, ਤਾਂ ਤੁਹਾਡਾ ਹੋ ਜਾਏਗਾ। ਅਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਇੱਥੇ ਤੁਹਾਡਾ ਇਹ ਸਾਰਾ ਦਾ ਸਾਰਾ ਪੇਪਰ ਪੂਰਾ ਸੋਲਵ ਹੋ ਗਿਆ, ਜੋ ਕਿ ਅਸੀਂ ਕਲਾਸ 12ਵੀਂ ਦਾ ਠੀਕ ਹੈ ਜੀ ਆਹ ਪੇਪਰ ਸੀਗਾ, ਅਸੀਂ ਪੂਰਾ ਸੋਲਵ ਕਰਕੇ ਤੁਹਾਡੇ ਸਾਹਮਣੇ ਇਹ ਪੇਸ਼ ਕਰ ਦਿੱਤਾ ਵਾ। ਸਤੰਬਰ ਜਿਹੜਾ ਹੈਗਾ ਵਾ ਤੁਹਾਡਾ ਪ੍ਰੀਖਿਆਵਾਂ 12ਵੀਂ ਦਾ। ਠੀਕ ਹੈ ਜੀ, ਅਤੇ ਵੈਰੀ ਇੰਪੋਰਟੈਂਟ ਇਹਦੇ ਵਿੱਚ ਇਹ ਪ੍ਰਸ਼ਨ ਉੱਤਰ ਸੀਗੇ। ਤਾਂ ਦੋਸਤੋ ਦੇਖੋ ਇੱਕ ਆਹ ਜਿਹੜਾ ਆਪਾਂ ਥੱਲੇ ਕੁਐਸਚਨ ਕੀਤਾ ਸੀ ਨਾ ਕਿ ਬਈ ਧਰਮ ਅਤੇ ਰਾਜਨੀਤੀ ਸੰਬੰਧੀ ਗਾਂਧੀ ਜੀ ਦੇ ਕੀ ਵਿਚਾਰ ਸਨ, ਤਾਂ ਆਹ ਵਾਲੇ ਦਾ ਆਨਸਰ ਨਾ ਤੁਸੀਂ ਇਸ ਪ੍ਰਕਾਰ ਲਿਖਿਓ। ਦੁਬਾਰਾ ਮੈਂ ਤੁਹਾਨੂੰ ਦੱਸ ਦੇਣਾ, ਉਹ ਥੋੜ੍ਹਾ ਜਿਹਾ ਇਹਦੇ ਵਿੱਚ ਲੈਂਗੁਏਜ ਟਫ ਜੀ ਸੀਗੀ। ਤਾਂ ਗਾਂਧੀ ਜੀ ਕਹਿੰਦੇ ਸਨ ਕਿ ਧਰਮ ਨੂੰ ਕਦੇ ਵੀ ਰਾਜਨੀਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਤਲਬ ਧਰਮ ਦਾ ਮਤਲਬ ਹਿੰਦੂ ਧਰਮ ਜਾਂ ਇਸਲਾਮ ਵਰਗਾ ਕੋਈ ਵਿਸ਼ੇਸ਼ ਧਰਮ ਨਹੀਂ ਸੀ, ਬਲਕਿ ਨੈਤਿਕ ਕਦਰਾਂ ਕੀਮਤਾਂ ਜੋ ਸਾਰੇ ਧਰਮਾਂ ਨੂੰ ਦਰਸਾਉਂਦੀਆਂ ਹਨ ਅਸਲ ਵਿੱਚ ਇੱਕ ਅਸਲੀ ਧਰਮ ਹੈ। ਉਹ ਮੰਨਦੇ ਸੀ ਕਿ ਰਾਜਨੀਤੀ ਨੂੰ ਧਰਮ ਤੋਂ ਲਏ ਗਏ ਨੈਤਿਕ ਦੁਆਰਾ ਜਿਹੜੇ ਹੈਗੇ ਛੇਦਿਤ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਤਾਂ ਇਹ ਤੁਸੀਂ ਇਹ ਵਾਲਾ ਆਨਸਰ ਲਿਖ ਦਿਓ ਜਿਹੜਾ ਮੈਂ ਤੁਹਾਨੂੰ ਹਜੇ ਇਹ ਕਰਾਇਆ, ਅਤੇ ਜਿਹੜਾ ਪਹਿਲਾਂ ਕਰਾਇਆ ਸੀਗਾ ਉਹ ਰਹਿਣ ਦਿਓ, ਉਹਦੇ ਵਿੱਚ ਲੈਂਗੁਏਜ ਥੋੜ੍ਹੀ ਜਿਹੀ ਟਫ ਸੀਗੀ। ਠੀਕ ਹੈ ਜੀ, ਆਹ ਤੁਸੀਂ ਇਸ ਨੂੰ ਲਿਖ ਦਿਓ, ਇਹ ਤੁਹਾਡਾ ਆਨਸਰ ਹੋ। ਤਾਂ ਦੋਸਤੋ ਇੱਥੇ ਹੀ ਆਪਣਾ ਇਹ ਪੂਰਾ ਪੇਪਰ ਸੋਲਵ ਹੋ ਗਿਆ, ਜੋ ਕਿ ਕਲਾਸ 12ਵੀਂ ਦਾ ਸਤੰਬਰ ਪ੍ਰੀਖਿਆ ਦਾ ਸੀਗਾ। ਠੀਕ ਹੈ ਜੀ, ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ। ਠੀਕ ਹੈ, ਬਾਕੀ ਅਗਲਾ ਪੇਪਰ ਜੋ ਵੀ ਹੋਏਗਾ ਤੁਹਾਨੂੰ ਅਸੀਂ ਲੈ ਕੇ ਆ ਜਾਵਾਂਗੇ। ਆਲ ਦਾ ਬੈਸਟ।